ਧੰਨ ਵਾਹਿਗੁਰੂ ਸਾਹਿਬ ਜੀਓ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ। ਤਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤਤੈ ਸਾਰ ਨਾ ਜਾਣੀ। ਤੇਹੀ ਗੁਣੀ ਸੰਸਾਰ ਭ੍ਰਮ ਸੁਤਾ, ਸੁਤਿਆਂ ਰੈਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ। ਬੋਲੇ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਏ। ਜਿਸਨੂੰ ਅਨਦਿਨ ਹਰ ਲਿਵ ਲਾਗੈ, ਜਾਗਤ ਰੈਣ ਵਿਹਾਣੀ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਪਿਛਲੇਰੇ ਦਿਨਾਂ ਤੋਂ ਆਨੰਦ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਨੂੰ ਲੜੀਵਾਰ ਸਮਝਣ ਦਾ ਯਤਨ ਕਰ ਰਹੇ ਹਾਂ। ਇਸ ਲੜੀ ਦੇ ਤਹਿਤ 27 ਨੰਬਰ ਪੌੜੀ ਦਾ ਪਾਠ ਆਪਾਂ ਬੜੇ ਅਦਬ ਪਿਆਰ ਸਹਿਤ ਹੁਣੇ ਸਰਵਣ ਕੀਤਾ ਹੈ। ਆਓ ਇਸ ਪਾਵਨ ਪੌੜੀ ਦੀ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਕਲਗੀਧਰ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਤਿਨਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰ ਫਤਿਹ ਦੇ ਨਾਲ ਸਾਂਝ ਪਾਈਏ ਜੀ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਪਾਵਨ ਪੌੜੀ ਦੇ ਵਿੱਚ ਜਿਹੜੀ ਵਿਚਾਰ ਸਾਡੇ ਸਨਮੁਖ ਰੱਖੀ ਹੈ, ਸਤਿਗੁਰੂ ਜੀ ਇਹ ਗੱਲ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਕੇਵਲ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਲੈਣ ਦੇ ਨਾਲ, ਸੁਣ ਲੈਣ ਦੇ ਨਾਲ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੀ ਅਸਲੀਅਤ ਨੂੰ, ਉਸ ਦੇ ਸੱਚ ਨੂੰ ਆਪਣੇ ਜੀਵਨ ਦੇ ਵਿੱਚ ਨਹੀਂ ਜਾਣ ਸਕਦੇ। ਸਤਿਗੁਰੂ ਜੀ ਨੇ ਭਾਰਤ ਦੀ ਧਰਤੀ ਦੇ ਉੱਤੇ ਕੁਝ ਕੁ ਜੋ ਪ੍ਰਸਿੱਧ ਧਾਰਮਿਕ ਗ੍ਰੰਥ ਸਨ, ਉਹਨਾਂ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਕਰਦਿਆਂ ਹੋਇਆਂ ਇਹ ਬਚਨ ਸਾਡੇ ਸਾਹਮਣੇ ਰੱਖੇ ਨੇ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ। ਸਤਿਗੁਰੂ ਜੀ ਕਹਿਣ ਲੱਗੇ ਜਿਹੜੀਆਂ ਕਹੀਆਂ ਜਾ ਰਹੀਆਂ ਸਿਮਰਤੀਆਂ ਨੇ, ਜਿਹੜੇ 6 ਸ਼ਾਸਤਰ ਨੇ, ਵੇਖੋ ਮੈਂ ਇਹ ਗੱਲ ਆਪ ਜੀ ਦੇ ਨਾਲ ਇੱਥੇ ਸਪਸ਼ਟ ਕਰ ਦੇਣੀ ਚਾਹੁੰਦਾ, ਕਿਉਂਕਿ ਬਹੁਤੀ ਵਾਰੀ ਸਾਡਿਆਂ ਮਨਾਂ ਦੇ ਵਿੱਚ ਇਹ ਭਰਮ, ਇਹ ਸ਼ੰਕਾ ਪੈਦਾ ਹੁੰਦਾ ਹੈ ਵੀ ਸ਼ਾਇਦ
ਸਤਿਗੁਰੂ ਜੀ ਨੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਕਿਸੇ ਧਰਮ ਦੇ ਗ੍ਰੰਥ ਨੂੰ ਜਾਂ ਕਿਸੇ ਧਰਮ ਦੀ ਮਾਨਤਾ ਨੂੰ ਠੇਸ ਪਹੁੰਚਾਈ ਹੈ, ਜਾਂ ਕਿਸੇ ਧਰਮ ਗ੍ਰੰਥ ਦੀ ਜਾਂ ਕਿਸੇ ਦੇ ਮਤ ਦੀ ਸਤਿਗੁਰਾਂ ਨੇ ਤੋਹੀਨ ਕੀਤੀ ਹੈ। ਐਸਾ ਬਿਲਕੁਲ ਨਹੀਂ। ਜੇ ਸਾਧ ਸੰਗਤ ਜੀ ਸਾਡਿਆਂ ਮਨਾਂ ਦੇ ਵਿੱਚ ਇਹੋ ਜਿਹਾ ਸਵਾਲ, ਇਹੋ ਜਿਹਾ ਸ਼ੰਕਾ ਪੈਦਾ ਹੁੰਦਾ ਹੈ, ਤੇ ਇਸ ਦਾ ਕਾਰਨ ਇਹ ਹੈ ਵੀ ਅਸੀਂ ਅਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਉਤਨੀ ਗਹਿਰਾਈ ਦੇ ਵਿੱਚ ਜਾ ਕਰਕੇ ਸਮਝ ਨਹੀਂ ਸਕੇ। ਉਸ ਸੰਦਰਭ ਦੇ ਵਿੱਚ ਸਾਡੀ ਸਾਂਝ ਜਿਹੜੀ ਹੈ ਉਹ ਪਾਵਨ ਬਾਣੀ ਦੇ ਨਾਲ ਨਹੀਂ ਬਣੀ, ਜਿਸ ਸੰਦਰਭ ਦੇ ਵਿੱਚ ਸਤਿਗੁਰੂ ਜੀ ਬਾਣੀ ਦਾ ਇਹ ਮਹਾਨ ਖਜ਼ਾਨਾ ਸਾਨੂੰ ਬਖਸ਼ਿਸ਼ ਕਰਦੇ ਨੇ। ਸੋ ਮੈਂ ਇਹ ਸਪਸ਼ਟ ਕਰ ਦਿਆਂ ਵੀ ਸਤਿਗੁਰੂ ਜੀ ਨੇ ਕਿਸੇ ਧਰਮ ਗ੍ਰੰਥ ਨੂੰ ਮਾੜਾ ਨਹੀਂ ਕਿਹਾ, ਕਿਸੇ ਦੀ ਮਾਨਤਾ ਨੂੰ ਮਾੜਾ ਨਹੀਂ ਕਿਹਾ, ਬਲਕਿ ਧਰਮ ਗ੍ਰੰਥਾਂ ਦੇ ਰਾਹੀਂ ਜਿਹੜੇ ਵਹਿਮ ਭਰਮ ਕਰਮ ਕਾਂਡ ਮਨੁੱਖਤਾ ਦੇ ਵਿੱਚ ਪੈਦਾ ਕਰ ਦਿੱਤੇ ਗਏ ਨੇ ਪੁਜਾਰੀ ਸ਼੍ਰੇਣੀ ਦੇ ਵੱਲੋਂ, ਬ੍ਰਾਹਮਣ ਸ਼੍ਰੇਣੀ ਦੇ ਵੱਲੋਂ, ਧਾਰਮਿਕ ਦੁਨੀਆ ਦੇ ਅਖਵਾਉਣ ਵਾਲੇ ਉਸ ਧਰਮ ਦੇ ਠੇਕੇਦਾਰ ਦੇ ਵੱਲੋਂ ਸਤਿਗੁਰੂ ਜੀ ਨੇ ਉਹਨਾਂ ਕਰਮ ਕਾਂਡਾਂ ਨੂੰ, ਉਹਨਾਂ ਵਹਿਮਾਂ ਤੇ ਭਰਮਾਂ ਨੂੰ ਲੁਕਾਈ ਦੇ ਵਿੱਚੋਂ ਕੱਢਣ ਦਾ ਯਤਨ ਕੀਤਾ ਹੈ। ਸੋ ਜਿਵੇਂ ਆਪਾਂ ਭਾਰਤ ਦੀ ਧਰਤੀ ਦੇ ਉੱਤੇ ਜੋ ਪ੍ਰਸਿੱਧ ਧਰਮ ਗ੍ਰੰਥ ਸਨਾਤਨੀ ਮਤ ਦੇ ਮੰਨੇ ਗਏ ਨੇ, 4 ਵੇਦ, 18 ਪੁਰਾਣ, 27 ਸਿਮਰਤੀਆਂ, 6 ਸ਼ਾਸਤਰ। ਸੋ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਥਾਂ ਪੁਰ ਥਾਂ ਇਹਨਾਂ ਦਾ ਜ਼ਿਕਰ ਕੀਤਾ ਹੈ। ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਹਾਂ ਤੇ ਭਗਤ ਕਬੀਰ ਸਾਹਿਬ ਜੀ ਜਿਹੜੇ ਉਸ ਗੜ ਦੇ ਵਿੱਚ ਰਹਿੰਦੇ ਨੇ ਜਿੱਥੇ ਬ੍ਰਾਹਮਣ ਦਾ ਬਹੁਤਾਤ ਬੋਲਬਾਲਾ ਹੈ, ਤੇ ਮੈਂ ਬੇਨਤੀ ਕਰਾਂ ਬ੍ਰਾਹਮਣ ਨੇ ਲੋਕਾਈ ਦੇ ਵਿੱਚ ਇਹਨਾਂ ਧਰਮ ਗ੍ਰੰਥਾਂ ਦਾ ਸਹਾਰਾ ਲੈ ਕਰਕੇ ਬੇਅੰਤ ਕਰਮ ਕਾਂਡ, ਬੇਅੰਤ ਵਹਿਮ ਭਰਮ, ਬੇਅੰਤ ਇਹੋ ਜਿਹੇ ਜਾਲ ਜਿਹੜੇ ਨੇ ਉਹ ਲੁਕਾਈ ਦੇ ਵਿੱਚ ਪਸਾਰੇ ਹੋਏ ਨੇ। ਸਹਾਰਾ ਉਹਨੇ ਇਹਨਾਂ ਧਰਮ ਗ੍ਰੰਥਾਂ ਦਾ ਲਿਆ, ਪਰ ਅਸਲ ਉਹਦਾ ਮਕਸਦ ਇਹ ਸੀ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਇਸ ਲੁਕਾਈ ਦੀ ਮਾਨਸਿਕਤਾ ਨੂੰ ਸੱਚ ਤੋਂ, ਅਸਲੀਅਤ ਤੋਂ, ਰੱਬੀ ਗੁਣਾਂ ਤੋਂ ਲਾਂਭੇ ਕਰਕੇ ਕਰਮ ਕਾਂਡਾਂ ਦੇ ਵਿੱਚ ਉਲਝਾਈ ਰੱਖਣਾ ਹੈ। ਉਹਦਾ ਮਕਸਦ ਕੇਵਲ ਇਹ ਸੀ ਕਿ ਕਿਵੇਂ ਨਾ ਕਿਵੇਂ ਇਹਨਾਂ ਲੋਕਾਂ ਨੂੰ ਕਰਮ ਕਾਂਡਾਂ ਦੇ ਵਿੱਚ, ਵਹਿਮਾਂ ਭਰਮਾਂ ਦੇ ਵਿੱਚ ਉਲਝਾਈ ਰੱਖਣਾ ਹੈ। ਹੁਣ ਉਹਨੇ ਇਹ ਸਾਰਾ ਕੁਝ ਕਰਨ ਦੇ ਲਈ ਇਹ ਸਭ ਕੁਝ ਜਿਹੜਾ ਸੀ ਧਰਮ ਗ੍ਰੰਥਾਂ ਦੇ ਨਾਮ ਦੇ ਉੱਤੇ ਮੜ ਦਿੱਤਾ, ਕਿਉਂਕਿ ਬੜੀ ਚਲਾਕੀ ਦੇ ਨਾਲ ਬ੍ਰਾਹਮਣ ਨੇ, ਪੁਜਾਰੀ ਨੇ ਆਮ ਲੋਕਾਈ ਦੇ ਵਿੱਚ ਇਹ ਗੱਲ ਜਿਹੜੀ ਸੀ ਉਹ ਪ੍ਰਚਲਿਤ ਕੀਤੀ ਕਿ ਧਰਮ ਗ੍ਰੰਥ ਪੜ੍ਹਨ ਦਾ ਅਧਿਕਾਰ ਜਿਹੜਾ ਹੈ ਉਹ ਕੇਵਲ ਬ੍ਰਾਹਮਣ ਦੇ ਕੋਲ ਹੈ। ਆਮ ਮਨੁੱਖ ਜਿਹੜਾ ਹੈ, ਆਮ ਇਨਸਾਨ ਜਿਹੜਾ ਹੈ, ਉਹ ਧਰਮ ਗ੍ਰੰਥਾਂ ਨੂੰ ਨਾ ਤਾਂ ਪੜ੍ਹ ਸਕਦਾ ਹੈ ਤੇ ਨਾ ਹੀ ਵਿਚਾਰ ਸਕਦਾ ਹੈ। ਤੇ ਆਪਾਂ ਜਦੋਂ ਭਾਰਤ ਦੀ ਸੰਸਕ੍ਰਿਤੀ ਨੂੰ ਪੜ੍ਹਦੇ ਹਾਂ ਤੇ ਸਾਧ ਸੰਗਤ ਜੀ ਐਸੇ ਵੀ ਸਾਡੇ ਸਾਹਮਣੇ ਹਵਾਲੇ ਮਿਲਦੇ ਨੇ ਕਿ ਬ੍ਰਾਹਮਣ ਤੋਂ ਇਲਾਵਾ ਜੇ ਕਿਸੇ ਹੋਰ ਵਿਅਕਤੀ ਨੇ ਧਰਮ ਗ੍ਰੰਥਾਂ ਨੂੰ ਪੜ੍ਹਨ ਦਾ ਹੀਆ ਕੀਤਾ ਹੈ ਤੇ ਬ੍ਰਾਹਮਣ ਨੇ ਉਹਨੂੰ ਸਖਤ ਸਜ਼ਾਵਾਂ ਦੇ ਕਰਕੇ
ਮਾਰਨ ਦਾ ਯਤਨ ਕੀਤਾ ਹੈ, ਸਖਤ ਸਜ਼ਾਵਾਂ ਦਿੱਤੀਆਂ ਨੇ, ਕਿਤੇ ਉਹਦੀ ਜ਼ੁਬਾਨ ਕੱਟੀ ਗਈ, ਕਿਤੇ ਗਰਮ ਲੋਹੇ ਦਾ ਕਿੱਲਾ ਕਰਕੇ ਉਹਦੇ ਮੂੰਹ ਦੇ ਵਿੱਚ ਤੁੰਨਿਆ ਗਿਆ, ਕਿਤੇ ਗਰਮ ਸਿੱਕਾ ਕਰਕੇ ਉਹਦੀ ਜ਼ੁਬਾਨ ਦੇ ਉੱਤੇ ਰੱਖਿਆ ਗਿਆ, ਕਿਤੇ ਸਿੱਕਾ ਢਾਲ ਕੇ ਉਹਦਿਆਂ ਕੰਨਾਂ ਦੇ ਵਿੱਚ ਪਾਇਆ ਗਿਆ। ਮਕਸਦ ਕੇਵਲ ਇੱਕੋ ਸੀ ਕਿ ਲੋਕਾਈ ਦੇ ਅੰਦਰ ਇਹੋ ਜਿਹਾ ਦਹਿਸ਼ਤਗਰਦ ਮਾਹੌਲ ਪੈਦਾ ਕਰ ਦਿੱਤਾ ਜਾਵੇ ਕਿ ਆਮ ਲੋਕ ਜਿਹੜਾ ਹੈ, ਆਮ ਜਨ ਸਧਾਰਨ ਜਿਹੜਾ ਹੈ, ਉਹ ਇਹਨਾਂ ਧਾਰਮਿਕ ਗ੍ਰੰਥਾਂ ਨੂੰ ਆਪ ਨਾ ਪੜ੍ਹੇ, ਆਪ ਨਾ ਸਮਝੇ, ਨਾ ਵਿਚਾਰੇ, ਅਤੇ ਅਸੀਂ ਜਿਹੋ ਜੀ ਵਿਆਖਿਆ ਕਰਕੇ ਇਹਨਾਂ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਇਹਨਾਂ ਦਾ ਆਸਰਾ ਲੈ ਕਰਕੇ ਲੋਕਾਈ ਨੂੰ ਦਸੀਏ, ਇਹ ਲੋਕ ਜਿਹੜੇ ਨੇ ਇਹ ਉਸ ਸਾਡੀ ਕਹੀ ਹੋਈ ਗੱਲ ਨੂੰ ਖਿੜੇ ਮੱਥੇ ਆਪਣੇ ਜੀਵਨ ਦੇ ਅੰਦਰ ਪ੍ਰਵਾਨ ਕਰ ਲੈਣ। ਸੋ ਇਹੋ ਜਿਹਾ ਇੱਕ ਮਾਹੌਲ ਜਿਹੜਾ ਹੈ ਉਹ ਬ੍ਰਾਹਮਣ ਨੇ, ਪੁਜਾਰੀ ਨੇ ਉਸ ਵੇਲੇ ਕ੍ਰੀਏਟ ਕੀਤਾ ਸੀ। ਮੈਂ ਬੇਨਤੀ ਕਰ ਰਿਹਾ ਸੀ ਕਿ ਇਹ ਮਾਹੌਲ ਉਸਨੇ ਤਾਂ ਕ੍ਰੀਏਟ ਕੀਤਾ ਕਿ ਅਸੀਂ ਇਸ ਲੋਕਾਈ ਨੂੰ ਅਸਲੀਅਤ ਤੋਂ, ਸੱਚ ਤੋਂ ਦੂਰ ਰੱਖ ਕੇ ਕੇਵਲ ਤਾਂ ਕੇਵਲ ਆਪਣੀਆਂ ਦੁਕਾਨਦਾਰੀਆਂ ਜਿਹੜੀਆਂ ਨੇ ਉਹ ਚਲਾਣੀਆਂ ਨੇ। ਇਹ ਤਾਂ ਆਪਾਂ ਗੱਲ ਕਰ ਰਹੇ ਸਾਂ ਵੀ ਉਸ ਵੇਲੇ ਦੇ ਬ੍ਰਾਹਮਣ ਨੇ ਕੀਤਾ। ਮੈਂ ਥੋੜੀ ਜੀ ਗੱਲ ਆਪਣੇ ਘਰ ਦੀ ਵੀ ਕਰ ਲਵਾਂ ਤਾਂ ਕਿ ਬਾਣੀ ਦੇ ਇਸ ਉਪਦੇਸ਼ ਨੂੰ ਆਪਾਂ ਸਮਾਨਤਾ ਦੇ ਵਿੱਚ ਸਮਝਣ ਦਾ ਯਤਨ ਕਰ ਸਕੀਏ। ਹੁਣ ਜੇ ਬ੍ਰਾਹਮਣ ਲੋਕਾਂ ਦੇ ਉੱਤੇ ਆਪਣਾ ਪ੍ਰਭਾਵ ਪਾਉਣ ਦੇ ਲਈ, ਆਪਣੀਆਂ ਦੁਕਾਨਦਾਰੀਆਂ ਚਲਾਉਣ ਦੇ ਲਈ ਉਹ ਲੋਕਾਂ ਨੂੰ ਇਹ ਗੱਲ ਕਹਿੰਦਾ ਹੈ ਵੀ ਤੁਸੀਂ ਧਾਰਮਿਕ ਗ੍ਰੰਥ ਨਹੀਂ ਪੜ੍ਹ ਸਕਦੇ, ਤੁਸੀਂ ਧਾਰਮਿਕ ਗ੍ਰੰਥ ਨਹੀਂ ਸੁਣ ਸਕਦੇ, ਉਹਦੀ ਵਿਚਾਰ ਨੂੰ ਨਹੀਂ ਕਰ ਸਕਦੇ, ਕਿਉਂਕਿ ਉਹ ਲੋਕਾਂ ਦੇ ਉੱਤੇ ਆਪਣਾ ਪ੍ਰਭਾਵ ਪਾ ਕਰਕੇ ਉਹਨਾਂ ਨੂੰ ਕਰਮ ਕਾਂਡਾਂ ਦੇ ਵਿੱਚ ਉਲਝਾ ਕਰਕੇ ਅਸਲੀਅਤ ਤੋਂ ਦੂਰ ਰੱਖਣਾ ਚਾਹੁੰਦਾ। ਤੇ ਸਾਧ ਸੰਗਤ ਜੀ, ਖਿਮਾ ਕਰਨਾ ਜਿਹੜੀ ਮੈਂ ਬੇਨਤੀ ਕਰਨ ਲੱਗਾ ਕਿ ਸਾਡਿਆਂ ਸਾਧਾਂ ਨੇ, ਸਾਡਿਆਂ ਬਾਬਿਆਂ ਨੇ ਇਹ ਕੰਮ ਨਹੀਂ ਕੀਤਾ। ਅੱਜ ਉਹਨਾਂ ਨੇ ਸਾਨੂੰ ਕਿਵੇਂ ਉਸ ਬ੍ਰਾਹਮਣ ਦੀ ਤਰਜਮਾਨੀ ਕਰਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੋਂ ਉਹਨਾਂ ਨੇ ਦੂਰ ਰੱਖਿਆ। ਕਿਹੋ ਜਿਹੇ ਉਹਨਾਂ ਨੇ ਭਰਮ ਜਿਹੜੇ ਸਨ ਉਹ ਸਾਡੇ ਪਰਥਾਏ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਪਰਥਾਏ ਉਹਨਾਂ ਨੇ ਸਾਡਿਆਂ ਮਨਾਂ ਦੇ ਵਿੱਚ ਪਾ ਦਿੱਤੇ। ਤੁਸੀਂ ਵੇਖੋ ਵੀ ਅੱਜ ਸਾਡੇ ਬਾਬੇ ਵੀ ਤਾਂ ਸਾਨੂੰ ਬ੍ਰਾਹਮਣ ਦੀ ਉਸ ਪੈੜਾਂ ਦੇ ਉੱਤੇ ਚੱਲਦਿਆਂ ਹੋਇਆਂ ਉਹ ਬਾਣੀ ਤੋਂ ਦੂਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਤਾਂ ਹੀ ਤਾਂ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਬਾਣੀ ਤੁਸੀਂ ਆਪ ਨਹੀਂ ਪੜ੍ਹਨੀ, ਬਾਣੀ ਤੁਸੀਂ ਪੜ੍ਹਾਉਣੀ ਹੈ। ਤਾਂ ਹੀ ਤਾਂ ਸਾਨੂੰ ਇਹ ਕਿਹਾ ਜਾਂਦਾ ਕਿ ਜੇ ਤੁਸੀਂ ਬਾਣੀ ਪੜ੍ਹੋਗੇ ਤੇ ਤੁਸੀਂ ਗਲਤ ਪੜ੍ਹੋਗੇ ਤੇ ਤੁਹਾਨੂੰ ਪਾਪ ਲੱਗੇਗਾ। ਮੈਂ ਬੇਨਤੀ ਕਰਾਂ, ਜੇ ਅੱਜ ਸਾਨੂੰ ਗੁਰਬਾਣੀ ਤੋਂ ਦੂਰ ਕੀਤਾ ਜਾ ਰਿਹਾ ਹੈ ਕਿਸੇ ਢੰਗ ਦੇ ਨਾਲ, ਕਿਸੇ ਤਰੀਕੇ ਦੇ ਨਾਲ, ਤੇ ਇਹ ਜਿਹੜਾ ਸਾਡੇ ਸਿਰਾਂ ਦੇ ਉੱਤੇ ਉਹ ਪੁਜਾਰੀਵਾਦ, ਉਹ ਬਾਬਾਵਾਦ ਬੈਠਾ ਹੋਇਆ ਹੈ ਨਾ, ਇਹ ਉਹ ਬਾਬਾਵਾਦ ਆਪਣੀਆਂ ਦੁਕਾਨਾਂ ਚਲਾਉਣ ਦੇ ਲਈ ਸਾਨੂੰ ਵਹਿਮਾਂ ਤੇ ਭਰਮਾਂ ਦੇ ਵਿੱਚ, ਕਰਮ ਕਾਂਡਾਂ ਦੇ ਵਿੱਚ ਉਲਝਾ ਕਰਕੇ ਉਹ ਬਾਣੀ ਤੋਂ ਦੂਰ ਕਰਨਾ ਚਾਹ ਰਿਹਾ। ਕਿਉਂਕਿ ਉਹ ਆਪਣੀ ਦੁਕਾਨਦਾਰੀ ਜਿਹੜੀ ਹੈ ਉਹ ਸਾਡੇ ਸਿਰ ਤੋਂ ਚਲਾਉਣੀ ਚਾਹੁੰਦਾ ਹੈ। ਅੱਜ ਤੁਸੀਂ ਵੇਖੋ ਵੀ ਸਿੱਖ ਵੀ ਜਿਹੜੇ ਨੇ ਉਹ ਇਸ ਸੋਚ ਦੇ ਸ਼ਿਕਾਰ ਹੋ ਚੁੱਕੇ ਨੇ। ਮੈਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਵੀ ਜੇ ਆਪਾਂ ਆંકੜੇ ਕੱਢੀਏ ਤੇ ਅਜੇ ਸਾਡੀ 80-85% ਕੌਮ ਐਸੀ ਹੈ ਜਿਨੇ ਆਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਨਹੀਂ ਪੜ੍ਹਿਆ, ਜਿਨ੍ਹਾਂ ਨੇ ਪਾਠ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ। ਉਹਨਾਂ ਨੇ ਇਹਨਾਂ ਬਾਹਰਲੀਆਂ ਅੱਖਾਂ ਦੇ ਨਾਲ ਤਾਂ ਦਰਸ਼ਨ ਬੜੀ ਵਾਰਾਂ ਕੀਤੇ ਨੇ, ਪਰ ਪਾਠ ਰੂਪ ਦੇ ਵਿੱਚ ਦਰਸ਼ਨ ਨਹੀਂ ਕੀਤੇ, ਕਿਉਂਕਿ ਉਹਨਾਂ ਨੂੰ ਉਲਝਾ ਦਿੱਤਾ ਕਰਮ ਕਾਂਡਾਂ ਵਾਲੇ ਪਾਸੇ, ਉਹਨਾਂ ਨੂੰ ਉਲਝਾ ਦਿੱਤਾ ਵਹਿਮਾਂ ਭਰਮਾਂ ਵਾਲੇ ਪਾਸੇ, ਉਹਨਾਂ ਨੂੰ ਉਲਝਾ ਕੇ ਰੱਖ ਦਿੱਤਾ
ਇਹੋ ਜੇ ਉਹਨਾਂ ਦੇ ਸਾਹਮਣੇ ਸਾਡਿਆਂ ਬਾਬਿਆਂ ਨੇ ਇਹ ਪ੍ਰੋਜੈਕਟ ਖੜੇ ਕਰ ਦਿੱਤੇ ਕਿ ਆਮ ਜਨ ਸਧਾਰਨ ਵਿਅਕਤੀ ਜਿਹੜਾ ਹੈ ਉਹ ਬਾਣੀ ਪੜ੍ਹਨ ਤੋਂ ਕੋਹਾਂ ਦੂਰ ਚਲਾ ਗਿਆ। ਤੇ ਮੈਂ ਇੱਥੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਹੀ ਬੋਲ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਵੇਖੋ ਸਤਿਗੁਰੂ ਜੀ ਨੇ ਕਿੱਡੀ ਬੇਬਾਕੀ ਦੇ ਨਾਲ ਤੇ ਸਮਾਨਤਾ ਰੱਖਦਿਆਂ ਹੋਇਆਂ ਸਾਨੂੰ ਸਭਨਾਂ ਨੂੰ ਇਹ ਆਵਾਜ਼ ਮਾਰੀ ਸੀ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਪਰ ਅੱਜ ਬਾਣੀ ਦਾ ਸਹਾਰਾ ਲੈ ਕਰਕੇ, ਜਿਵੇਂ ਉਸ ਵੇਲੇ ਉਹ ਪੁਜਾਰੀ ਤੇ ਬ੍ਰਾਹਮਣ ਧਾਰਮਿਕ ਗ੍ਰੰਥਾਂ ਦਾ ਸਹਾਰਾ ਲੈ ਕਰਕੇ ਲੋਕਾਈ ਨੂੰ ਕਰਮ ਕਾਂਡਾਂ ਤੇ ਵਹਿਮਾਂ ਭਰਮਾਂ ਦੇ ਵਿੱਚ ਪਾ ਰਿਹਾ ਸੀ, ਅੱਜ ਸਾਡਿਆਂ ਬਾਬਿਆਂ ਦੇ ਵੱਲੋਂ ਬਾਣੀ ਦਾ ਸਹਾਰਾ ਲੈ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਹਾਰਾ ਲੈ ਕਰਕੇ ਸਾਡੇ ਵਿੱਚ ਕਰਮ ਕਾਂਡ, ਸਾਡੇ ਵਿੱਚ ਵਹਿਮ ਭਰਮ ਜਿਹੜੇ ਨੇ ਉਹ ਇਜਾਦ ਕੀਤੇ ਜਾ ਰਹੇ ਨੇ। ਉਹਦਾ ਕਾਰਨ ਇਹ ਹੈ ਕਿ ਇਹ ਲੋਕ ਜਿਹੜੇ ਨੇ ਇਹ ਕੇਵਲ ਵਹਿਮਾਂ ਭਰਮਾਂ ਦੇ ਵਿੱਚ ਉਲਝੇ ਰਹਿਣ, ਇਹ ਕਰਮ ਕਾਂਡਾਂ ਦੇ ਵਿੱਚ ਉਲਝੇ ਰਹਿਣ, ਇਹਨਾਂ ਨੂੰ ਬਾਣੀ ਦੀ ਅਸਲੀਅਤ ਦਾ, ਸੱਚ ਦਾ, ਬਾਣੀ ਦੇ ਗਿਆਨ ਦਾ ਪਤਾ ਨਾ ਲੱਗ ਸਕੇ। ਕਿਉਂਕਿ ਜੇ ਇਹਨਾਂ ਨੂੰ ਬਾਣੀ ਦੀ ਅਸਲੀਅਤ ਦਾ, ਬਾਣੀ ਦੇ ਉਸ ਗਿਆਨ ਦਾ ਪਤਾ ਲੱਗ ਗਿਆ ਤੇ ਫਿਰ ਸਾਡੀਆਂ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਹੋ ਜਾਣੀਆਂ ਨੇ। ਸੋ ਇਸੇ ਕਰਕੇ ਸਾਡੀਆਂ ਡੇਰੇਦਾਰਾਂ ਵੱਲੋਂ, ਸਾਡਿਆਂ ਬਾਬਿਆਂ ਵੱਲੋਂ, ਸਾਡੀਆਂ ਅਖੌਤੀ ਸੰਪਰਦਾਵਾਂ ਵੱਲੋਂ ਸਾਨੂੰ ਬਾਣੀ ਤੋਂ ਦੂਰ ਕੀਤਾ ਜਾ ਰਿਹਾ ਹੈ। ਕਿਤੇ ਸੁਚਮਤਾ ਦੇ ਨਾਮ ਦੇ ਉੱਤੇ, ਕਿਤੇ ਬਾਣੀ ਸ਼ੁੱਧ ਨਹੀਂ ਪੜ੍ਹੀ ਜਾਣੀ ਇਸ ਗੱਲ ਨੂੰ ਸਾਹਮਣੇ ਰੱਖ ਕੇ, ਤੇ ਕਿਤੇ ਪਵਿੱਤਰਤਾ ਨੂੰ ਸਾਹਮਣੇ ਰੱਖ ਕੇ, ਕਿਤੇ ਸਤਿਕਾਰ ਨੂੰ ਸਾਹਮਣੇ ਰੱਖ ਕੇ ਸਾਨੂੰ ਅੱਜ ਬਾਣੀ ਤੋਂ ਦੂਰ ਕੀਤਾ ਜਾ ਰਿਹਾ। ਉਹਦਾ ਕਾਰਨ ਇਹ ਹੈ ਕਿ ਉਹ ਲੋਕ ਸਾਡੀ ਮਾਨਸਿਕਤਾ ਦੇ ਉੱਤੇ ਆਪਣਾ ਉਹ ਗਲਬਾ ਜਿਹੜਾ ਹੈ, ਉਹ ਗਲਬਾ, ਉਹ ਪਕੜ ਜਿਹੜੀ ਹੈ ਸਾਡੀ ਮਾਨਸਿਕਤਾ ਦੇ ਉੱਤੇ ਆਪਣੀ ਬਣਾ ਕੇ ਰੱਖਣਾ ਚਾਹੁੰਦੇ ਨੇ, ਜਿਵੇਂ ਉਸ ਵੇਲੇ ਬ੍ਰਾਹਮਣ ਨੇ ਇੱਕ ਪਕੜ ਬਣਾ ਕੇ ਰੱਖੀ ਸੀ। ਖੈਰ, ਆਪਾਂ ਗੱਲ ਕਰ ਰਹੇ ਸੀ ਵੀ ਕਾਸ਼ੀ ਦੀ ਧਰਤੀ ਦੇ ਉੱਤੇ ਭਗਤ ਕਬੀਰ ਸਾਹਿਬ ਜੀ, ਜਿੱਥੇ ਬ੍ਰਾਹਮਣ ਦਾ ਗੜ ਹੈ, ਜਿੱਥੇ ਬ੍ਰਾਹਮਣ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਤੇ ਕਰਮ ਕਾਂਡਾਂ ਦੇ ਵਿੱਚ ਉਲਝਾ ਦਿੱਤਾ ਹੈ, ਧਾਰਮਿਕ ਗ੍ਰੰਥਾਂ ਦਾ ਸਹਾਰਾ ਲੈ ਲੈ ਕੇ ਭਗਤ ਕਬੀਰ ਸਾਹਿਬ ਜੀ ਉਸ ਕਾਸ਼ੀ ਦੀ ਧਰਤੀ ਦੇ ਉੱਤੇ ਇਹ ਗੱਲ ਕਹਿੰਦੇ ਨੇ, ਵੇਦ ਕੀ ਪੁੱਤਰੀ ਸਿਮਰਤ ਭਾਈ, ਸਾਂਕਲ ਜੇਵਰੀ ਲਹਿ ਆਈ। ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਇਹ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਵੀ ਜਿਹੜੀਆਂ ਸਿਮਰਤੀਆਂ ਵੇਦਾਂ ਦੇ ਵਿੱਚੋਂ ਨਿਕਲੀਆਂ ਦੱਸੀਆਂ ਜਾਂਦੀਆਂ ਨੇ ਨਾ, ਹੁਣ ਉਹਨਾਂ ਸਿਮਰਤੀਆਂ ਨੇ ਇਸ ਸਮਾਜ ਦੇ ਅੰਦਰ ਬੇਅੰਤ ਕਰਮ ਕਾਂਡਾਂ ਦੇ ਬੰਧਨ ਜਿਹੜੇ ਸਨ, ਸੰਗਲ ਜਿਹੜੇ ਸਨ, ਉਹ ਇਸ ਮਨੁੱਖ ਦੇ ਪੈਰਾਂ ਦੇ ਵਿੱਚ ਪਾ ਦਿੱਤੇ। ਤੇ ਮੈਂ ਬੇਨਤੀ ਕਰ ਰਿਹਾ ਸੀ ਵੀ ਜਿਹੜੇ ਉਸ ਵੇਲੇ ਬ੍ਰਾਹਮਣ ਦੇ ਵੱਲੋਂ ਇਜਾਦ ਕੀਤੇ ਗਏ ਇਹ ਧਰਮ ਗ੍ਰੰਥ ਸਨ, ਇਹਨਾਂ ਧਰਮ ਗ੍ਰੰਥਾਂ ਦਾ ਸਹਾਰਾ ਲੈ ਕਰਕੇ ਬ੍ਰਾਹਮਣ ਨੇ ਇਸ ਲੋਕਾਈ ਦੇ ਗਲ ਬੜੇ ਕਰਮ ਕਾਂਡ ਤੇ ਵਹਿਮ ਭਰਮ ਪਾ ਦਿੱਤੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜ਼ਿਕਰ ਕੀਤਾ ਹੈ, ਸਤਿਗੁਰੂ ਜੀ ਨੇ ਇਹਨਾਂ ਧਾਰਮਿਕ ਗ੍ਰੰਥਾਂ ਦਾ, ਤੇ ਆਪਾਂ ਬਚਨ ਪੜ੍ਹਦੇ ਹਾਂ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਜਿਹੜੀ ਆਪਾਂ ਗੱਲ ਕਰ ਰਹੇ ਸਾਂ ਵੀ ਗੁਰੂ ਸਾਹਿਬ ਜੀ ਨੇ ਕਿਸੇ ਧਰਮ ਗ੍ਰੰਥ ਦੀ ਤੋਹੀਨ ਨਹੀਂ ਕੀਤੀ, ਬਲਕਿ ਉਸ ਧਰਮ ਗ੍ਰੰਥ ਦਾ ਸਹਾਰਾ ਲੈ ਕਰਕੇ ਉਹਦੇ ਵਿੱਚੋਂ ਜਿਹੜੇ ਕਰਮ ਕਾਂਡ ਇਜਾਦ ਕੀਤੇ ਗਏ ਨੇ, ਉਹਨਾਂ ਕਰਮ ਕਾਂਡਾਂ ਤੇ ਉਹਨਾਂ ਵਹਿਮਾਂ ਭਰਮਾਂ ਨੂੰ ਸਤਿਗੁਰੂ ਜੀ ਨੇ ਨਿੰਦਿਆ ਹੈ, ਜਿਵੇਂ ਸਾਡੇ ਬਾਬੇ ਅੱਜ ਕਰ ਰਹੇ ਨੇ। ਤੇ ਖਿਮਾ ਕਰਨਾ, ਅੱਜ ਸਾਡਿਆਂ ਬਾਬਿਆਂ ਨੇ ਵੀ ਤੇ ਇਹੀ ਕੀਤਾ ਹੈ ਨਾ। ਹੁਣ ਉਹਨਾਂ ਨੇ ਪੰਕਤੀਆਂ ਗੁਰਬਾਣੀ ਦੇ ਵਿੱਚੋਂ ਲਈਆਂ ਨੇ, ਪਰ ਬਾਣੀ ਦਾ ਸਹਾਰਾ ਲੈ ਕਰਕੇ ਸਾਨੂੰ ਜੋੜ ਉਹਨਾਂ ਨੇ ਕਰਮ ਕਾਂਡਾਂ ਵਾਲੇ ਪਾਸੇ ਦਿੱਤਾ ਹੈ। ਹੁਣ ਪੰਕਤੀਆਂ ਬਾਣੀ ਦੇ ਵਿੱਚੋਂ ਲਈਆਂ ਨੇ। ਜਦੋਂ ਅੰਮ੍ਰਿਤ ਦੇ ਸਰੋਵਰ ਦੀ ਗੱਲ ਆਉਂਦੀ ਹੈ, ਜਦੋਂ ਰਾਮਦਾਸ ਸਰੋਵਰ ਨਹਾਤੇ ਦੀ ਗੱਲ ਆਉਂਦੀ ਹੈ, ਜਾਂ ਹੋਰ ਬੜਿਆਂ ਵਿਸ਼ਿਆਂ ਦੀ ਜਦੋਂ ਗੱਲ ਆਉਂਦੀ ਹੈ, ਤੇ ਹੁਣ ਉਹਨਾਂ ਨੇ
ਬਾਣੀ ਨੇ ਅੰਮ੍ਰਿਤ ਸਰੋਵਰ ਦੀ ਗੱਲ ਕਿਸੇ ਹੋਰ ਸੰਦਰਭ ਦੇ ਵਿੱਚ ਕੀਤੀ ਹੈ, ਪਰ ਸਾਡੀਆਂ ਬਾਬਿਆਂ ਨੇ ਕਿਸੇ ਹੋਰ ਸੰਦਰਭ ਦੇ ਵਿੱਚ ਕਰ ਦਿੱਤੀ। ਜਦੋਂ ਸੱਚਾਈ ਕੋਈ ਬਾਣੀ ਨੂੰ ਸਮਝਣ ਵਾਲਾ ਸੰਗਤ ਦੇ ਸਾਹਮਣੇ ਲੈ ਕੇ ਆਉਂਦਾ ਹੈ ਤੇ ਫਿਰ ਸੰਗਤ ਉਸ ਦਾ ਇਹ ਕਹਿ ਕੇ ਵਿਰੋਧ ਕਰਦੀ ਹੈ, ਜੀ ਵੇਖੋ ਇਹ ਤਾਂ ਬਾਣੀ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ। ਨਹੀਂ ਭਾਗਾਂ ਵਾਲਿਓ, ਬਾਣੀ ਨੂੰ ਨਹੀਂ ਨਿੰਦਿਆ ਜਾ ਸਕਦਾ। ਬਾਣੀ ਤਾਂ ਆਦਿ ਸੱਚ ਜੁਗਾਦ ਸੱਚ ਹੈ, ਵੀ ਸੱਚ ਹੈ। ਨਿੰਦਿਆ ਉਸ ਦੀ ਕੀਤੀ ਜਾ ਰਹੀ ਹੈ ਜਿਹੜੀ ਗੱਲ, ਜਿਹੜਾ ਕਰਮ ਕਾਂਡ ਬਾਣੀ ਦਾ ਸਹਾਰਾ ਲੈ ਕਰਕੇ ਸਾਡਿਆਂ ਬਾਬਿਆਂ ਦੇ ਵੱਲੋਂ ਸਾਡੇ ਵਿੱਚ ਇਜਾਦ ਕਰ ਦਿੱਤਾ ਹੈ। ਸੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਕਿਸੇ ਧਰਮ ਗ੍ਰੰਥ ਦੀ ਨਿੰਦਿਆ ਨਹੀਂ ਕੀਤੀ। ਇਸ ਸ਼ੰਕੇ ਨੂੰ ਆਪਾਂ ਆਪਣੇ ਮਨ ਦੇ ਵਿੱਚੋਂ ਕੱਢ ਦਈਏ, ਬਲਕਿ ਗੁਰੂ ਸਾਹਿਬ ਜੀ ਨੇ ਉਸ ਧਰਮ ਗ੍ਰੰਥ ਦਾ ਸਹਾਰਾ ਲੈ ਕਰਕੇ ਜੋ ਕਰਮ ਕਾਂਡ ਇਜਾਦ ਕੀਤਾ ਜਾ ਚੁੱਕਾ ਹੈ ਬ੍ਰਾਹਮਣ ਦੇ ਵੱਲੋਂ, ਪੁਜਾਰੀ ਦੇ ਵੱਲੋਂ, ਉਸ ਕਰਮ ਕਾਂਡ ਦੀ ਸਤਿਗੁਰੂ ਜੀ ਨੇ ਪੁਰਜ਼ੋਰ ਨਿੰਦਿਆ ਕੀਤੀ ਹੈ, ਉਹਦਾ ਵਿਰੋਧ ਕੀਤਾ ਹੈ। ਹੁਣ ਸਤਿਗੁਰੂ ਜੀ ਜੇ ਗੱਲ ਕਹਿ ਰਹੇ ਨੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਹੁਣ ਸਤਿਗੁਰੂ ਜੀ ਨੇ ਜ਼ਿਕਰ ਭਾਵੇਂ ਸਿਮਰਤੀਆਂ ਦਾ, ਵੇਦਾਂ ਤੇ ਪੁਰਾਣਾਂ ਦਾ ਕੀਤਾ ਹੈ, ਪਰ ਸਤਿਗੁਰੂ ਜੀ ਕਹਿ ਲਗੇ ਇਹਨਾਂ ਦੇ ਰਾਹੀਂ ਜਿਹੜੇ ਕਰਮ ਕਾਂਡ ਦਿੱਤੇ ਗਏ ਨੇ ਨਾ, ਉਹਨਾਂ ਸਾਰਿਆਂ ਤੋਂ ਸ੍ਰੇਸ਼ਟ ਜਿਹੜਾ ਹੈ ਉਹ ਪ੍ਰਮਾਤਮਾ ਦਾ ਨਾਮ ਹੈ। ਤੇ ਨਾਮ ਤੋਂ ਬਗੈਰ, ਨਾਮ ਤੋਂ ਬਿਨਾ ਇਹਨਾਂ ਦੇ ਵਿੱਚੋਂ ਜਿੰਨੇ ਵੀ ਕਰਮ ਕਾਂਡ ਇਜਾਦ ਕੀਤੇ ਗਏ ਨੇ ਤੇ ਜਿਹੜੇ ਇਨਸਾਨ ਕਰ ਰਿਹਾ ਹੈ, ਸਤਿਗੁਰੂ ਜੀ ਕਹਿਣਗੇ ਇਹ ਹੋਛੀਆਂ ਗੱਲਾਂ ਨੇ, ਇਹ ਹੋਛੀਆਂ ਬਾਤਾਂ ਨੇ। ਖੈਰ, ਅੱਜ ਦੇ ਇਸ ਮੁਬਾਰਕ ਬਚਨ ਦੇ ਅੰਦਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੜੀ ਪਿਆਰੀ ਗੱਲ ਕਹੀ ਹੈ। ਸਤਿਗੁਰੂ ਜੀ ਕਹਿਣ ਲੱਗੇ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ। ਸਿਮਰਤੀਆਂ ਤੇ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਪੰਡਤ ਜਨ ਜਿਹੜੇ ਨੇ, ਬ੍ਰਾਹਮਣ ਜਿਹੜੇ ਨੇ, ਉਹ ਇਹਨਾਂ ਨੂੰ ਪੜ੍ਹ ਕੇ, ਇਹਨਾਂ ਦੀ ਵਿਚਾਰ ਕਰਕੇ, ਇਹਨਾਂ ਦੇ ਵਿੱਚੋਂ ਇਸ ਗੱਲ ਨੂੰ ਵਿਚਾਰਦੇ ਨੇ, ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਨੇ ਵੀ ਪਾਪ ਕੀ ਹੈ ਤੇ ਪੁੰਨ ਕੀ ਹੈ। ਉਹਨਾਂ ਨੇ ਕੇਵਲ ਇਸ ਗੱਲ ਤੇ ਜ਼ੋਰ ਦਿੱਤਾ ਹੈ ਵੀ ਆਹ ਕਰਮ ਪਾਪ ਹੈ ਤੇ ਉਹ ਕਰਮ ਪੁੰਨ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ ਇਸ ਢੰਗ ਦੇ ਨਾਲ ਉਹਨਾਂ ਨੇ ਇਹਨਾਂ ਧਾਰਮਿਕ ਗ੍ਰੰਥਾਂ ਦਾ ਸਹਾਰਾ ਲੈ ਕਰਕੇ ਸਮੁੱਚੀ ਲੋਕਾਈ ਨੂੰ ਪਾਪ ਤੇ ਪੁੰਨ ਦੇ ਵਿੱਚ ਹੀ ਉਲਝਾ ਦਿੱਤਾ। ਸੱਚ ਦੀ, ਅਸਲੀਅਤ ਦੀ ਉਹਨਾਂ ਨੂੰ ਸਮਝ ਹੀ ਨਾ ਲੱਗਣ ਦਿੱਤੀ। ਬਸ ਲੋਕ ਇਸੇ ਗੱਲ ਦੇ ਵਿੱਚ ਉਲਝ ਕੇ ਰਹਿ ਗਏ। ਅੱਜ ਤੱਕ ਤੁਸੀਂ ਵੇਖੋ ਵੀ ਮਨੁੱਖ ਜਿਹੜਾ ਹੈ ਉਹ ਪਾਪ ਤੇ ਪੁੰਨ ਦੇ ਵਿੱਚ ਹੀ ਉਲਝਿਆ ਪਿਆ ਹੈ। ਉਹ ਅਸਲੀਅਤ ਤੋਂ ਕੋਹਾਂ ਦੂਰ ਹੈ, ਸੱਚ ਨੂੰ ਸਮਝਣ ਦਾ ਯਤਨ ਨਹੀਂ ਕਰ ਰਿਹਾ। ਉਹ ਬਸ ਇਸੇ ਕੰਮ ਦੇ ਵਿੱਚ ਉਲਝਿਆ ਪਿਆ ਵੀ ਪਾਪ ਕੀ ਹੈ ਤੇ ਪੁੰਨ ਕੀ ਹੈ। ਹੁਣ ਵੇਖੋ ਵੀ ਪਾਪ ਤੇ ਪੁੰਨ ਦੀ ਪਰਿਭਾਸ਼ਾ ਵੀ ਮਨੁੱਖ ਨੇ ਆਪਣੇ ਮੁਤਾਬਕ ਬਣਾ ਲਈ ਹੈ। ਸਕੇ ਭਰਾ ਦੀ ਜ਼ਮੀਨ ਖਾ ਜਾਂਦਾ ਹੈ, ਸਕੇ ਭਰਾ ਦੇ ਨਾਲ ਧੋਖਾ ਕਰ ਜਾਂਦਾ ਹੈ, ਦੁਕਾਨ ਤੇ ਬੈਠਾ ਸਾਰੀ ਦਿਹਾੜੀ ਘੱਟ ਤੋਲਦਾ ਰਹਿੰਦਾ ਹੈ, ਮਿਲਾਵਟਾਂ ਕਰੀ ਜਾਂਦਾ ਹੈ। ਹੁਣ ਇੱਕ ਪਾਸੇ ਆਹ ਕੰਮ ਕਰੀ ਜਾ ਰਿਹਾ ਤੇ ਦੂਸਰੇ ਪਾਸੇ ਉਹੀ ਮਨੁੱਖ ਜਿਹੜਾ ਹੈ ਉਹ ਕਿਤੇ ਕੀੜੀਆਂ ਨੂੰ ਆਟਾ ਪਾਉਂਦਾ ਫਿਰੇਗਾ, ਕਿਤੇ ਉਹ ਮੱਛੀਆਂ ਨੂੰ ਆਟਾ ਪਾਉਂਦਾ ਫਿਰੇਗਾ, ਕਿਤੇ ਉਹ ਪੰਛੀਆਂ ਦੇ ਲਈ ਪਾਣੀ ਰੱਖਦਾ ਫਿਰੇਗਾ। ਮਾੜੀ ਗੱਲ ਨਹੀਂ ਹੈ। ਮੈਂ ਬੇਨਤੀ ਕਰਾਂ ਵੀ ਇਹ ਜੀਵ ਦੀ ਜਿਹੜੀ ਇਹੋ ਜਿਹੀ ਪਰਵਰਿਸ਼ ਹੈ ਜਾਂ ਇਹੋ ਜਿਹੇ ਕਰਮ ਜਿਹੜੇ ਨੇ ਉਹ ਸਾਨੂੰ ਕਰਨੇ ਚਾਹੀਦੇ ਨੇ। ਕਿਤੇ ਉਹ ਮੱਛੀਆਂ ਨੂੰ ਆਟਾ ਪਾਉਂਦਾ ਫਿਰਦਾ, ਕਿਤੇ ਪੰਛੀਆਂ ਨੂੰ ਦਾਣੇ ਪਾਉਂਦਾ ਫਿਰਦਾ, ਕਿਤੇ ਉਹ ਕਿਸੇ ਪ੍ਰਕਾਰ ਦੇ ਕਰਮ ਕਰ ਰਿਹਾ। ਹੁਣ ਇਹ ਉਹਦੀ ਨਿਗਾਹ ਦੇ ਵਿੱਚ ਪੁੰਨ ਹੈ ਤੇ ਦੂਸਰੇ ਪਾਸੇ ਸਕੇ ਭਰਾ ਦਾ ਹੱਕ ਮਾਰ ਗਿਆ, ਘੱਟ ਤੋਲੀ ਜਾਂਦਾ, ਰਿਸ਼ਵਤਾਂ ਨਹੀਂ ਜਾਂਦਾ, ਬੇਈਮਾਨੀਆਂ ਕਰੀ ਜਾਂਦਾ, ਦਾਜ ਦੇ ਲਾਲਚ ਦੇ ਵਿੱਚ ਆ ਕੇ ਨੋਹ ਨੂੰ ਅੱਗ ਲਾ ਕੇ ਸਾੜ ਦਿੱਤਾ। ਹੁਣ ਇੱਕ ਪਾਸੇ ਉਹ ਕੰਮ ਕਰੀ ਜਾ ਰਿਹਾ, ਇੱਕ ਪਾਸੇ ਆਹ ਕੰਮ ਕਰੀ ਜਾ ਰਿਹਾ। ਬੰਦਾ ਇਸੇ ਦੇ ਵਿੱਚ ਉਲਝ ਕੇ ਰਹਿ ਗਿਆ। ਪਾਪ ਤੇ ਪੁੰਨ ਦੇ ਚੱਕਰ 'ਚ ਵੀ ਪਾਪ ਹੋ ਗਏ ਨੇ ਤੇ ਹੁਣ ਪੁੰਨ ਕਰ ਲਓ। ਸੋ ਸਤਿਗੁਰੂ ਜੀ ਕਹਿੰਦੇ ਨੇ ਅਸਲੀਅਤ ਦੀ ਇਸ ਮਨੁੱਖ ਨੂੰ ਸਮਝ ਹੀ ਨਾ ਲੱਗਣ ਦਿੱਤੀ। ਅਸਲੀਅਤ ਦੀ ਜਾਣਕਾਰੀ, ਅਸਲੀਅਤ ਦਾ ਗਿਆਨ ਹੀ ਜਿਹੜਾ ਸੀ ਨਾ, ਇਸ ਨੂੰ ਪਤਾ ਹੀ ਨਾ ਲੱਗਣ ਦਿੱਤਾ। ਕੇਵਲ ਇਸ ਨੂੰ ਸਿਮਰਤੀਆਂ ਸ਼ਾਸਤਰਾਂ ਦੇ ਮੁਤਾਬਕ ਪਾਪ ਤੇ ਪੁੰਨ ਦੇ ਵਿੱਚ ਉਲਝਾ ਕੇ ਰੱਖਿਆ।
ਸੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿ ਲੱਗੇ ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਝੋਂ। ਤੇ ਗੁਰੂ ਸਾਹਿਬ ਜੀ ਨੇ ਨਿਰਣਾ ਦੇ ਦਿੱਤਾ, ਕਹਿਣ ਲੱਗੇ ਵੀ ਜਿੰਨੇ ਮਰਜ਼ੀ ਧਾਰਮਿਕ ਗ੍ਰੰਥ ਪੜ੍ਹ, ਜਿੰਨੇ ਮਰਜ਼ੀ ਇਹ ਪਾਪ ਤੇ ਪੁੰਨ ਦੇ ਉਲਝਣਾਂ ਦੇ ਵਿੱਚ ਉਲਝਿਆ ਰਹਿ, ਸੱਚ ਦੀ ਅਸਲੀਅਤ ਤੈਨੂੰ ਗੁਰੂ ਤੋਂ ਬਗੈਰ ਸਮਝ ਨਹੀਂ ਲੱਗਣੀ। ਇਸੇ ਕਰਕੇ ਬਾਣੀ ਨੇ ਕਿਹਾ ਸੀ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਅਮਰਦਾਸ ਜੀ ਮਹਾਰਾਜ ਕਹਿ ਲਗੇ ਤਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤਤੈ ਸਾਰ ਨਾ ਜਾਣੀ। ਅਸਲੀਅਤ ਦੀ ਸਮਝ, ਉਸ ਤੱਤ ਦੇ ਗਿਆਨ ਦੀ ਸਮਝ, ਉਸ ਅਕਾਲ ਪੁਰਖ ਪਰਮਾਤਮਾ ਦੀ ਸਮਝ ਜਿਹੜੀ ਹੈ ਉਹ ਤੈਨੂੰ ਗੁਰੂ ਤੋਂ ਬਗੈਰ ਨਹੀਂ ਲੱਗ ਸਕਦੀ। ਤੇ ਸਤਿਗੁਰੂ ਜੀ ਕਹਿ ਲਗੇ ਤੀਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਅੱਛਾ, ਇਹਨਾਂ ਧਰਮ ਗ੍ਰੰਥਾਂ ਦੇ ਮੁਤਾਬਕ ਕਰਮਕਾਂਡ ਕਰਕੇ ਨਾ ਇਨਸਾਨ ਇਹ ਕਰਮਕਾਂਡ ਵੀ ਕਰੀ ਜਾ ਰਿਹਾ, ਤੇ ਸਤਿਗੁਰੂ ਜੀ ਕਹਿ ਲਗੇ ਫਿਰ ਵੀ ਉਹ ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਸੁੱਤਾ ਹੋਇਆ ਹੈ। ਭਾਵ ਮਾਇਆ ਦੇ ਤਿੰਨੇ ਗੁਣ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਉਹਦੇ ਜੀਵਨ ਦੇ ਉੱਤੇ ਆਪਣਾ ਪ੍ਰਭਾਵ ਪਾ ਕੇ ਬੈਠੇ ਨੇ। ਸੁੱਤਿਆਂ ਰਹਿਣ ਵਿਹਾਣੀ, ਤੇ ਇਸ ਨੀਂਦ ਦੇ ਵਿੱਚ ਹੀ ਉਹਦੀ ਸਾਰੀ ਜ਼ਿੰਦਗੀ ਜਿਹੜੀ ਹੈ, ਜ਼ਿੰਦਗੀ ਦੀ ਰਾਤ ਜਿਹੜੀ ਹੈ ਉਹ ਬਤੀਤ ਹੋ ਜਾਂਦੀ ਹੈ, ਲੰਘ ਜਾਂਦੀ ਹੈ। ਭਾਵ ਉਹ ਕਦੇ ਸੁਚੇਤ ਹੁੰਦਾ ਹੀ ਨਹੀਂ, ਅਚੇਤਤਾ ਦੇ ਵਿੱਚ ਹੀ ਬਸ ਮਾਨਸਿਕ ਤੌਰ ਤੇ ਸੁੱਤਾ ਹੋਇਆ ਹੀ ਉਹ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਦਿੰਦਾ ਹੈ। ਤੇ ਸਾਧ ਸੰਗਤ ਜੀ, ਸਾਡੇ ਨਾਲ ਵੀ ਤਾਂ ਐਸਾ ਵਾਪਰ ਰਿਹਾ ਨਾ। ਹੁਣ ਬਾਣੀ ਤਾਂ ਅਸੀਂ ਵੀ ਪੜ੍ਹ ਰਹੇ ਹਾਂ, ਪਰ ਸਾਡੀ ਵੀ ਸਾਰੀ ਉਮਰ ਜਿਹੜੀ ਹੈ ਉਹ ਮਾਇਆ ਦੇ ਮੋਹ ਦੀ ਨੀਂਦ ਦੇ ਵਿੱਚ ਬਤੀਤ ਹੋ ਜਾਂਦੀ ਹੈ। ਬਾਣੀ ਵੀ ਪੜ੍ਹੀ ਜਾ ਰਹੀ ਹੁੰਦੀ ਹੈ, ਤੇ ਉਸੇ ਤਰ੍ਹਾਂ ਵਿਸ਼ੇ ਵਿਕਾਰ ਵੀ ਸਾਡੇ ਉੱਤੇ ਆਪਣਾ ਪ੍ਰਭਾਵ ਪਾ ਕੇ ਰੱਖਦੇ ਨੇ। ਉਸੇ ਤਰ੍ਹਾਂ ਅਸੀਂ ਪਾਪ ਵੀ ਜਿਉਂਦੇ ਤਿਉਂ ਕਰ ਰਹੇ ਨੇ। ਹੋਣਾ ਤੇ ਇਹ ਚਾਹੀਦਾ ਸੀ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਪਰ ਹੁਣ ਸਤਿਗੁਰੂ ਜੀ ਕਹਿੰਦੇ ਨੇ ਤੀਹੀ ਗੁਣੀ ਸੰਸਾਰ ਭ੍ਰਮ ਸੁੱਤਾ। ਪਾਠ ਵੀ ਬੜੇ ਕੀਤੇ ਜਾ ਰਹੇ ਨੇ, ਧਾਰਮਿਕ ਗ੍ਰੰਥਾਂ ਦੀ ਵਿਚਾਰ ਵੀ ਬੜੀ ਹੋ ਰਹੀ ਹੈ, ਪਰ ਫਿਰ ਵੀ ਇਹ ਸਾਰਾ ਸੰਸਾਰ ਸੁੱਤਾ ਹੋਇਆ ਹੈ ਮਾਇਆ ਦੇ ਮੋਹ ਦੇ ਵਿੱਚ। ਤੇ ਸਤਿਗੁਰੂ ਜੀ ਫਿਰ ਬਖਸ਼ਿਸ਼ ਕਰਦੇ ਨੇ, ਗੁਰ ਕਿਰਪਾ ਤੇ ਸੇ ਜਨ ਜਾਗੇ। ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੀ ਮੱਤ ਲੈ ਕਰਕੇ ਜਿਹੜੇ ਸੇਵਕ ਇਸ ਨੀਂਦ ਦੇ ਵਿੱਚੋਂ ਜਾਗ ਪੈਂਦੇ ਨੇ, ਕਿਹੜੇ ਜਾਗਦੇ ਨੇ? ਜਿਨ੍ਹਾਂ ਹਰ ਮਨ ਵਸਿਆ। ਉਹ ਜਾਗਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਪਰਮਾਤਮਾ ਆ ਕੇ ਵਸ ਜਾਂਦਾ ਹੈ, ਜਿਨ੍ਹਾਂ ਨੂੰ ਅਸਲੀਅਤ ਦਾ ਪਤਾ ਲੱਗਦਾ, ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਵੀ ਪਾਪ ਤੇ ਪੁੰਨ ਜਿਹੜੇ ਨੇ ਇਹ ਕੋਈ ਮਾਇਨੇ ਨਹੀਂ ਰੱਖਦੇ। ਜਦੋਂ ਬੰਦੇ ਨੇ ਇਮਾਨਦਾਰੀ ਦੇ ਮੁਤਾਬਕ ਜੀਣਾ ਸਿੱਖ ਲਿਆ, ਜਦੋਂ ਸਤ, ਸੰਤੋਖ, ਧੀਰਜ, ਦਇਆ, ਸਬਰ ਦੇ ਨਾਲ ਜਿਉਣਾ ਸਿੱਖ ਲਿਆ, ਫਿਰ ਉਸ ਦੇ ਜੀਵਨ ਦੇ ਵਿੱਚ ਪਾਪ ਤੇ ਪੁੰਨ ਜਿਹੜੇ ਨੇ ਉਹ ਕੋਈ ਮਾਇਨੇ ਨਹੀਂ ਰੱਖਦੇ। ਉਹਨੂੰ ਫਿਰ ਪਾਪ ਤੇ ਪੁੰਨ ਦਾ ਉਹ ਬਿਲਕੁਲ ਵੀ ਕੋਈ ਭਰਮ ਨਹੀਂ ਰਹਿ ਜਾਂਦਾ, ਕਿਉਂਕਿ ਉਹਨੇ ਕਦੇ ਪਾਪ ਵਾਲੇ ਪਾਸੇ ਜਾਣਾ ਹੀ ਨਹੀਂ। ਪਾਪ ਵਾਲੇ ਪਾਸੇ ਤਾਂ ਉਹੀ ਇਨਸਾਨ ਜਾ ਰਿਹਾ ਜਿਹੜਾ ਧਾਰਮਿਕ ਗ੍ਰੰਥ ਨੂੰ ਕੇਵਲ ਪੜ੍ਹ ਰਿਹਾ ਹੈ, ਸੁਣ ਰਿਹਾ ਹੈ, ਪਰ ਉਸ ਅਸਲੀਅਤ ਨੂੰ ਨਹੀਂ ਜਾਣ ਰਿਹਾ। ਉਹ ਫਿਰ ਕਦੇ ਪਾਪ ਕਰਦਾ, ਕਦੇ ਪੁੰਨ ਕਰਦਾ, ਕਦੇ ਉਹਦੇ ਮਨ 'ਚ ਪਾਪ ਦਾ ਖਿਆਲ ਹੁੰਦਾ, ਕਦੇ ਪੁੰਨ ਦਾ ਖਿਆਲ ਹੁੰਦਾ। ਸਤਿਗੁਰੂ ਜੀ ਕਹਿ ਲਗੇ ਫਿਰ ਉਹ ਪੁੰਨ ਤੇ ਪਾਪ ਤੋਂ ਆਜ਼ਾਦ ਹੋ ਜਾਂਦੇ ਨੇ। ਕਿਹੜੇ? ਜਿਨ੍ਹਾਂ ਹਰ ਮਨ ਵਸਿਆ, ਜਿਨ੍ਹਾਂ ਨੂੰ ਅਸਲੀਅਤ ਪਤਾ ਲੱਗ ਗਈ ਗੁਰੂ ਦੀ ਕਿਰਪਾ ਦੇ ਨਾਲ, ਬੋਲੇ ਅੰਮ੍ਰਿਤ ਬਾਣੀ, ਫਿਰ ਉਹ ਉਸ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਨੂੰ ਉਚਾਰਨ ਕਰਦੇ ਨੇ, ਬੋਲਦੇ ਨੇ। ਤੇ ਅਖੀਰ ਤੇ ਸਤਿਗੁਰੂ ਜੀ ਕਹਿਣ ਲੱਗੇ, ਕਹਿ ਨਾਨਕ ਸੋ ਤਤ ਪਾਏ, ਜਿਸ ਨੂੰ ਅਨ ਦਿਨ ਹਰ ਲਿਵ ਲਾਗੈ। ਨਾਨਕ ਇਹ ਗੱਲ ਆਖਦਾ ਹੈ, ਤਤ ਦੀ, ਅਸਲੀਅਤ ਦੀ, ਰੱਬੀ ਗਿਆਨ ਦੀ ਸਮਝ ਉਸੇ ਨੂੰ ਲੱਗਦੀ ਹੈ ਜਿਸ ਨੂੰ ਅਨ ਦਿਨ ਹਰ ਲਿਵ ਲਾਗੈ। ਜਿਹੜੇ ਰੋਜ਼ ਹਰ ਵੇਲੇ ਆਪਣੀ ਲਿਵ ਨੂੰ ਪਰਮਾਤਮਾ ਦੇ ਨਾਲ ਜੋੜ ਕੇ ਰੱਖਦੇ ਨੇ, ਜਾਗਤ ਰਹਿਣ ਵਿਹਾਣੀ। ਤੇ ਸਤਿਗੁਰੂ ਜੀ ਕਹਿਣ ਲੱਗੇ ਫਿਰ ਉਹਨਾਂ ਦੀ ਜ਼ਿੰਦਗੀ ਦੀ ਰਾਤ ਸੁਚੇਤ ਹੋ ਕੇ ਗੁਜ਼ਰਦੀ ਹੈ, ਜਾਗਦਿਆਂ ਗੁਜ਼ਰਦੀ ਹੈ। ਫਿਰ ਉਹਨਾਂ ਦੀ ਜ਼ਿੰਦਗੀ ਦੀ ਰਾਤ ਸੁੱਤਿਆਂ ਨਹੀਂ ਗੁਜ਼ਰਦੀ, ਅਚੇਤਨਤਾ ਦੇ ਵਿੱਚ ਨਹੀਂ ਗੁਜ਼ਰਦੀ, ਉਹ ਚੇਤਨਤਾ ਦੇ ਵਿੱਚ ਗੁਜ਼ਰਦੀ ਹੈ। ਫਿਰ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਪਾਪ ਕੀ ਹੈ, ਪੁੰਨ ਕੀ ਹੈ ਅਸਲ ਦੇ ਵਿੱਚ। ਫਿਰ ਉਹ ਇਹਨਾਂ ਸਾਰੀਆਂ ਗੱਲਾਂ ਤੋਂ ਉਤਾਂ ਉੱਠ ਕੇ ਅਸਲੀਅਤ ਨੂੰ ਸਮਝਦੇ ਨੇ, ਸੱਚ ਨੂੰ ਸਮਝਦੇ ਨੇ
ਇਨਸਾਨੀਅਤ ਨੂੰ ਸਮਝਦੇ ਨੇ, ਆਪਣੇ ਜੀਵਨ ਦੇ ਅੰਦਰ ਰੱਬੀ ਗੁਣਾਂ ਨੂੰ ਸਮਝਦੇ ਨੇ ਤੇ ਉਸ ਦੇ ਮੁਤਾਬਕ ਜੀਵਨ ਨੂੰ ਜਿਉਣ ਦਾ ਯਤਨ ਕਰਦੇ ਨੇ। ਸੋ ਆਓ ਗੁਰੂ ਕਿਰਪਾ ਕਰੇ, ਆਪ ਬਾਣੀ ਨੂੰ ਪੜ੍ਹੀਏ, ਸਮਝੀਏ, ਗੁਰੂ ਦੇ ਉਪਦੇਸ਼ ਦੇ ਮੁਤਾਬਕ ਗੁਰੂ ਦੀ ਕਿਰਪਾ ਨੂੰ ਲੈਣ ਦਾ ਯਤਨ ਕਰੀਏ, ਤਾਂ ਕਿ ਸਾਨੂੰ ਵੀ ਇਸ ਅਸਲੀਅਤ ਦਾ ਪਤਾ ਲੱਗ ਸਕੇ ਤੇ ਅਸੀਂ ਵੀ ਪਾਪ ਤੇ ਪੁੰਨ ਤੋਂ ਉਤਾਂ ਉੱਠ ਕੇ ਜਿਹੜਾ ਉਹ ਤੁਰਿਆ ਅਵਸਥਾ ਵਾਲਾ ਜੀਵਨ ਹੈ, ਸਹਿਜ ਪਦ ਵਾਲਾ ਜੀਵਨ ਹੈ, ਉਸ ਨੂੰ ਆਪਣੇ ਜੀਵਨ ਦੇ ਵਿੱਚ ਜਿਉਂ ਕੇ ਅਸਲੀਅਤ ਨੂੰ, ਸੱਚ ਪ੍ਰਮਾਤਮਾ ਨੂੰ, ਸੱਚ ਗਿਆਨ ਨੂੰ ਸਮਝਣ ਦਾ ਯਤਨ ਕਰੀਏ ਵੀ ਸੱਚ ਹੈ ਕੀ ਹੈ। ਅਸੀਂ ਇਸ ਗੱਲ ਨੂੰ ਵਿਚਾਰਨ ਦਾ ਯਤਨ ਕਰੀਏ, ਸਮਝਣ ਦਾ ਯਤਨ ਕਰੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।